ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੂੰ ਇਹ ਬਖਸ਼ੀਸ਼ ਮਿਲੀ ਹੋਈ ਹੈ ਕਿ ਜਿਹੜੇ ਇਹ ਜੜੀ ਬੂਟੀ ਦੇ ਨਾਲ ਉਹ ਪੀੜੀਆਂ ਠੀਕ ਕਰ ਦਿੰਦੇ ਨੇ। ਇਹ ਦੇਖੋ ਜੋ ਵੀ ਗੱਲਬਾਤ ਹੈ, ਜੋ ਵੀ ਕਰਾਮਾਤ ਹੈ, ਇਹ ਸਿਰਫ ਇੱਕ ਬੂਟੀ ਦੇ ਵਿੱਚ ਹੈ, ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ। ਇਹਦੀ ਖੁਸ਼ਬੂ ਹੁੰਦੀ ਹੈ ਜੋ ਉਹ ਪੀੜੀਏ ਨੂੰ ਬਿਲਕੁਲ ਠੀਕ ਕਰ ਦਿੰਦੀ ਹੈ, ਜੜ ਤੋਂ ਖਤਮ ਕਰ ਦਿੰਦੀ ਹੈ। जो भी फैटी लीवर हो गया, पीलिया हो गया, काला पीलिया हो गया, इनू किन्ने तो किन्ना समा लगता है इस ठीक इनू ठीक ਇਹਨੂੰ ਸਰ ਘੱਟੋ ਘੱਟ 20 ਤੋਂ 22 ਦਿਨ ਲੱਗਦੇ ਨੇ ਜੀ। 20 ਤੋਂ 22 ਦਿਨ ਦੇ ਵਿੱਚ ਵੀ ਇਹ ਹੁੰਦਾ ਵੀ ਜੋ ਅਸੀਂ ਡਾਈਟ ਦੱਸਦੇ ਹਾਂ, ਜੋ ਉਹਦਾ ਪਰਹੇਜ਼ ਹੁੰਦਾ, ਅਗਰ ਤੁਸੀਂ ਉਹਨੂੰ ਪ੍ਰੋਪਰ ਸਹੀ ਕਰ ਲੈਂਦੇ ਹੋ ਤਾਂ ਇਹ 20-22 ਦਿਨਾਂ ਦੇ ਵਿੱਚ ਬਿਲਕੁਲ ਜੜ ਤੋਂ ਖਤਮ ਹੋ ਜਾਂਦਾ ਜੀ। ਦੇਖੋ ਦੇਣ ਉਹਨਾਂ ਦੀ ਹੈਗੀ ਆ, ਜਿਹੜੇ ਸਭ ਤੋਂ ਪਹਿਲਾਂ ਮਹਾਂਪੁਰਸ਼ ਇੱਥੇ ਬੈਠੇ ਸੀਗੇ ਉਹਨਾਂ ਦਾ ਸਾਰਾ ਕੁਝ, ਕਿਉਂਕਿ ਉਹਨਾਂ ਨੇ ਬੂਟੀ ਦੀ ਖੋਜ ਕਰੀ। ਆਪਾਂ ਇਹਨੂੰ ਸਾਇੰਟੀਫਿਕ ਤਰੀਕੇ ਨਾਲ ਕੰਮ ਕਰ ਰਹੇ, ਸਰੀਰ 'ਚ ਕੁਝ ਵੀ ਨਹੀਂ ਹੈ ਜਾਂ ਕੁਝ ਹੈਗਾ, ਸਿਰਫ ਓਨਲੀ ਜੋ ਵੀ ਕਰਾਮਾਤ ਹੈ ਬੂਟੀ ਦੀ ਕਰਾਮਾਤ ਹੈ। ਅਗਰ ਸਰ ਤੁਸੀਂ ਵੈਸੇ ਵੀ ਇਹਨੂੰ ਬੰਨ ਲੈਂਦੇ ਨਾ, ਇਹ ਤੁਹਾਡੇ ਲੀਵਰ ਨੂੰ ਸਟਰੋਂਗ ਰੱਖਦੀ ਹੈ। ਜਿਹੜੀ ਤੁਹਾਡੀ ਲੀਵਰ ਦੀ ਮੰਨ ਲਓ ਗਰਮੀ ਹੋ ਗਈ, ਜਿਵੇਂ ਆਪਾਂ ਕਈ ਵਾਰ ਹੁੰਦਾ ਕਿ ਆਪਾਂ ਟਾਈਮ ਨਾਲ ਖਾਣਾ ਨਹੀਂ ਖਾ ਰਹੇ, ਉਹਦੇ ਨਾਲ ਤੁਹਾਨੂੰ ਗਰਮੀ ਪੈਣ ਲੱਗ ਜਾਂਦੀ ਹੈ। ਫਿਰ ਆਪਾਂ ਕਈ ਵਾਰ ਜਿਵੇਂ ਮੂੰਹ ਪੱਕਣ ਲੱਗ ਜਾਣਾ, ਠੀਕ ਹੈ ਜੀ, ਮੰਨ ਲਓ ਬਹੁਤ ਚਿੜਚਿੜਾਪਣ ਜਿਹਾ ਰਹਿਣ ਲੱਗ ਜਾਣਾ, ਇਹਦੇ ਨਾਲ ਜ਼ਿਆਦਾ ਬਹੁਤ ਤੁਹਾਨੂੰ ਬੈਨੀਫਿਟ ਮਿਲਦੇ ਨੇ ਸਰ ਇਸ ਚੀਜ਼। अर्थ टीवी देख रहे दर्शकों का स्वागत। मैं हाँ अभय। दोस्तों अज जिहड़ा विषा असीं चुनिया ਉਹ ਕਿਤੇ ਨਾ ਕਿਤੇ ਲੋਕਾਂ ਦੀਆਂ ਭਾਵਨਾ ਨਾਲ, ਲੋਕਾਂ ਦੇ ਵਹਿਮਾਂ ਭਰਮਾਂ ਅਤੇ ਕਈਆਂ ਦੀਆਂ ਜੜੀਆਂ ਬੂਟੀਆਂ ਨਾਲ ਜੁੜਿਆ ਹੋਇਆ ਹੈ। ਸੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਚਮਤਕਾਰ ਕਰਾਮਾਤੀ ਜੜੀ ਬੂਟੀ ਦੀ, ਜਿਹੜੀ ਕਿ ਬਹੁਤ ਸਾਰੀ ਵੱਡੀ ਬਿਮਾਰੀਆਂ ਠੀਕ ਕਰ ਦਿੰਦੀ ਹੈ। ਜਿਵੇਂ ਕਿ ਤੁਸੀਂ ਸੁਣਿਆ ਹੋਣਾ, ਇੱਕ ਬਹੁਤ ਹੀ ਡਰਾਵਨੀ ਅਤੇ ਖਤਰਨਾਕ ਬਿਮਾਰੀ ਹੈ ਪੀਲੀਆ। ਵੱਖ-ਵੱਖ ਤਰ੍ਹਾਂ ਦੇ ਪੀਲੀਆ ਹੁੰਦੇ ਹਨ। ਕਾਲਾ ਪੀਲੀਆ ਹੁੰਦਾ, ਇੱਕ ਨੋਰਮਲ ਪੀਲੀਆ ਹੁੰਦਾ। ਉਹ ਜੜੀ ਬੂਟੀ ਹੈ ਜਿਹਦੀ ਅਸੀਂ ਅੱਜ ਗੱਲ ਕਰਾਂਗੇ, ਉਹ ਉਸ ਨੂੰ ਕੁਝ ਦਿਨਾਂ ਦੇ ਵਿੱਚ ਹੀ ਠੀਕ ਕਰ ਦਿੰਦੀ ਹੈ। ਸੋ ਅਸੀਂ ਅੱਜ ਮੌਜੂਦ ਹਾਂ ਪਟਿਆਲਾ ਦੇ ਨੇੜੇ ਲੱਗਦੇ ਕਸਬਾ ਸਨੌਰ ਦੇ ਵਿੱਚ, ਤੇ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੂੰ ਇਹ ਬਖਸ਼ੀਸ਼ ਮਿਲੀ ਹੋਈ ਹੈ ਕਿ ਜਿਹੜੇ ਇਹ ਜੜੀ ਬੂਟੀ ਦੇ ਨਾਲ ਉਹ ਪੀਲੀਆ ਠੀਕ ਕਰ ਦਿੰਦੇ ਨੇ। ਉਹ ਸਾਡੇ ਨਾਲ ਮੌਜੂਦ ਹਨ ਗੁਰਮੁਖ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਕਿਸ ਤਰ੍ਹਾਂ ਉਹ ਇਹ ਜੜੀ ਬੂਟੀ ਨਾਲ ਜਿਹੜਾ ਕੀ ਆ ਪੀਲੀਆ ਠੀਕ ਕਰ ਦਿੰਦੇ ਨੇ। ਸੋ ਬਹੁਤ ਸਵਾਗਤ ਹੈ ਜੀ ਗੁਰਮੁਖ ਜੀ। ਹਾਂਜੀ ਸਰ। ਸੋ ਗੱਲ ਕਰ ਲਈਏ ਸਭ ਤੋਂ ਪਹਿਲਾਂ, ਜਿਹੜੀ ਇਹ ਤੁਸੀਂ ਖੰਬਣੀ ਦੇ ਵਿੱਚ ਇਹ ਲੱਕੜ ਪਿਰੋ ਕੇ ਬਣਾ ਰਹੇ ਹੋ ਮਾਲਾ, ਹਾਂਜੀ, ਇਸ ਨੂੰ ਤੁਸੀਂ ਕਦੋਂ ਤੋਂ ਬਣਾਉਣ ਲੱਗੇ ਹੋ, ਤਾਂ ਕਦੋਂ ਤੋਂ ਇਹ ਤੁਸੀਂ ਸ਼ੁਰੂਆਤ ਕੀਤੀ ਹੈ? ਤਕਰੀਬਨ ਸਾਨੂੰ 70 ਤੋਂ 80 ਦੇ ਸਾਲ ਵਿੱਚ ਹੋ ਚੁੱਕੇ ਨੇ, ਤੇ ਬਹੁਤ ਪੁਰਾਣੇ ਟਾਈਮ ਤੋਂ ਕਰਦੇ ਆ ਰਹੇ ਹਾਂ। ਇਸ ਗੱਦੀ ਦੇ ਸਭ ਤੋਂ ਪਹਿਲਾਂ ਬਾਬਾ ਜੀ ਸੀਗੇ, ਬਾਬਾ ਹਸਨ ਮੁਹੰਮਦ ਜੀ, ਠੀਕ ਹੈ ਜੀ, ਉਹ ਇਸ ਚੀਜ਼ ਗੱਦੀ 'ਤੇ ਬੈਠੇ ਸੀ। ਉਹਨਾਂ ਨੇ ਇਸ ਚੀਜ਼ ਦੀ ਖੋਜ ਕੀਤੀ ਸੀਗੀ। ਉਸ ਤੋਂ ਬਾਅਦ ਮੇਰੇ ਡੈਡੀ ਬੈਠੇ ਸੀ, ਬਾਬਾ ਸੰਤ ਰਾਮ ਜੀ, ਉਹ ਐਕਸਪਾਇਰ ਹੋ ਚੁੱਕੇ। ਹੁਣ ਮੈਂ ਬੈਠਦਾ ਇਸ ਗੱਦੀ ਦੇ ਉੱਪਰ ਜੀ। ਅਤੇ ਜਦੋਂ ਤੁਸੀਂ ਇਹ ਖੰਬਣੀ ਦੇ ਵਿੱਚ ਲੱਕੜੀ ਪਿਰੋ ਕੇ ਇਹ ਬਣਾ ਰਹੇ ਹੋ, ਇਹ ਵਾਕਈ ਇੱਕ ਵਹਿਮਾਂ ਭਰਮਾਂ ਜਾਂ ਫਿਰ ਕੋਈ ਚਮਤਕਾਰ ਹੈ? ਕੀ ਹੈ, ਮਤਲਬ ਕਿ ਇਹ ਇੱਕ ਸਾਇੰਟੀਫਿਕ ਰੀਜ਼ਨ ਹੈ? ਨਹੀਂ ਸਰ, ਇਹ ਕਿ ਸਾਇੰਟੀਫਿਕ ਹੈ। ਇਹ ਦੇਖੋ ਜੋ ਵੀ ਗੱਲਬਾਤ ਹੈ, ਜੋ ਵੀ ਕਰਾਮਾਤ ਹੈ, ਇਹ ਸਿਰਫ ਇੱਕ ਬੂਟੀ ਦੇ ਵਿੱਚ ਹੈ, ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ। ਇਹਦੀ ਖੁਸ਼ਬੂ ਹੁੰਦੀ ਹੈ ਜੋ ਉਹ ਪੀਲੀਏ ਨੂੰ ਬਿਲਕੁਲ ਠੀਕ ਕਰ ਦਿੰਦੀ ਹੈ, ਜੜ ਤੋਂ ਖਤਮ ਕਰ ਦਿੰਦੀ ਹੈ। ਕਿਉਂਕਿ ਪੀਲੀਆ ਹੋਣ ਦਾ ਰੀਜ਼ਨ ਤੁਹਾਡੇ ਲੀਵਰ ਦੀ ਗਰਮੀ ਹੁੰਦੀ ਆ, ਉਹੀ ਰੀਜ਼ਨ ਹੁੰਦਾ ਤੁਹਾਡਾ ਕਾਲਾ ਪੀਲੀਆ ਹੋਣ ਦਾ, ਉਸੇ ਦਾ ਰੀਜ਼ਨ ਹੁੰਦਾ ਤੁਹਾਡਾ ਲੀਵਰ ਫੈਟੀ ਹੋਣ ਦਾ, ਠੀਕ ਹੈ ਜੀ। ਇਹ ਜੋ ਬੂਟੀ ਹੈ, ਉਹਦੀ ਜਿਹੜੀ ਸੁਗੰਧ ਹੁੰਦੀ ਹੈ ਨਾ ਸਰ, ਜਿਵੇਂ ਆਪਾਂ ਗਲੇ 'ਚ ਬੰਨ੍ਹਦੇ ਹਾਂ, ਉਹ ਵਿੱਚ ਮਤਲਬ ਜਿਵੇਂ ਸਾਹ ਦੇ ਰਾਹੀਂ ਆਪਾਂ ਨੂੰ ਲੀਵਰ 'ਚ ਪਹੁੰਚਦੀ ਆ, ਉਹ ਜਿਹੜੀ ਤੁਹਾਡੀ ਗਰਮੀ ਹੁੰਦੀ ਹੈ ਲੀਵਰ ਦੀ, ਉਹ ਸਾਰੀ ਗਰਮੀ ਖਤਮ ਕਰ ਦਿੰਦੀ ਆ। ਜਿਵੇਂ ਲੀਵਰ ਦੀ ਗਰਮੀ ਖਤਮ ਹੋ ਗਈ, ਜਿਹੜਾ ਤੁਹਾਡਾ ਲੀਵਰ ਹੈ ਉਹ ਮੰਨ ਲਓ ਸਟਰੋਂਗ ਹੋਣਾ ਸ਼ੁਰੂ ਹੋ ਜਾਏਗਾ। ਜਿਵੇਂ ਤੁਸੀਂ ਡਾਈਟ ਲੈਣਾ ਸ਼ੁਰੂ ਕਰਦੇ ਹੋ, ਉਹਦੇ ਨਾਲ ਲੀਵਰ ਹੋਰ ਸਟਰੋਂਗ ਹੋ ਜਾਂਦਾ ਕਿ ਪੀਲੀਆ ਬਿਲਕੁਲ ਜੜ ਤੋਂ ਖਤਮ ਹੋ ਜਾਂਦਾ ਜੀ। ਇਹ ਮਤਲਬ ਜਿਵੇਂ ਕਿ ਲੋਕ ਕਹਿੰਦੇ ਨੇ ਕਿ ਇਹ ਉਰੇ ਗੁਰਮੁਖ ਜੀ ਕੋਲ ਆਉਂਦੇ ਨੇ, ਉਹ ਇੱਕ ਧਾਗਾ ਬਣਦੇ ਨੇ ਖੰਬਣੀ ਦੇ ਵਿੱਚ ਲੱਕੜੀ ਲਾ ਕੇ, ਸੋ ਉਹ ਗਲ ਦੇ ਨਾਲ ਬਿਲਕੁਲ ਬੰਨ੍ਹ ਦਿੰਦੇ ਨੇ ਅਤੇ ਉਹ ਬਣਦੇ ਹੀ ਕੁਝ ਕੁ ਦਿਨਾਂ ਬਾਅਦ ਠੀਕ ਹੋ ਜਾਂਦਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਇੱਕ ਚਮਤਕਾਰ ਹੈ, ਇੱਕ ਬਖਸ਼ੀਸ਼ ਹੈ, ਕੁਛ ਹੈ, ਪਰ ਉਹ ਗੁਰਮੁਖ ਜੀ ਸਪਸ਼ਟ ਕਹਿੰਦੇ ਨੇ ਵੀ ਇਹ ਇੱਕ ਬਖਸ਼ੀਸ਼ ਨਹੀਂ ਹੈ, ਅਤੇ ਇਹ ਇੱਕ ਸਾਇੰਟੀਫਿਕ ਰੀਜ਼ਨ ਹੈ ਜੋ ਕਿ ਜੜੀ ਬੂਟੀ ਦੀ ਸੁਗੰਧ ਨਾਲ ਠੀਕ ਹੋ ਜਾਂਦੀ ਹੈ। ਇਹ ਆਪਣਾ ਭਾਰਤ ਜਿਹੜਾ ਕਿ ਰਿਹਾ, ਉਹ ਸ਼ੁਰੂ ਤੋਂ ਹੀ ਇਹਨਾਂ ਜੜੀਆਂ ਬੂਟੀਆਂ ਤੋਂ ਆਯੁਰਵੇਦਾਂ ਨਾਲ ਇਲਾਜ ਕਰਦਾ ਰਿਹਾ ਹੈ। ਸੋ ਇਸੇ ਤਰੀਕੇ ਨਾਲ ਹੀ ਇਹ ਜੜੀ ਬੂਟੀ ਦੀ ਜਿਹੜੀ ਸੁਗੰਧ ਹੈ ਉਹ ਪੀਲੀਏ ਦੇ ਇਲਾਜ ਨੂੰ ਠੀਕ ਕਰ ਦਿੰਦੀ ਹੈ। ਸੋ ਗੱਲਬਾਤ ਕਰਦੇ ਹਾਂ ਹੋਰ ਗੁਰਮੁਖ ਜੀ ਨਾਲ, ਪੁੱਛਾਂਗੇ ਤੁਸੀਂ ਇਸ ਵਕਤ ਤੁਸੀਂ ਇਹ ਉਰੇ ਜਿਹੜਾ ਇਹ ਇਲਾਜ ਕਰ ਰਹੇ ਹੋ, ਤੁਸੀਂ ਕਦੋਂ ਤੋਂ ਬੈਠਣ ਲੱਗੇ ਹੋ? ਤਕਰੀਬਨ ਸਰ ਮੈਨੂੰ ਇੱਥੇ 4 ਤੋਂ 5 ਸਾਲ ਹੋ ਚੁੱਕੇ ਆ ਜੀ। ਪਹਿਲਾਂ ਮੈਂ ਆਪਣੇ ਫਾਦਰ ਸਾਹਿਬ ਨਾਲ ਬੈਠਦਾ ਸੀਗਾ, ਉਹ ਕੁਝ ਪਾਰਟ ਟਾਈਮ ਬੈਠਦਾ ਸੀ, ਕੁਝ ਸਟੱਡੀ ਵਗੈਰਾ ਵੀ ਕਰ ਰਿਹਾ ਸੀਗਾ, ਅਤੇ ਨਾਲ ਮੈਂ ਆਪਣਾ ਕੰਮ ਕਰਦਾ ਸੀਗਾ। ਅਤੇ ਜਿਵੇਂ ਹੀ ਉਹਨਾਂ ਦੇ ਕੋਈ ਜ਼ਰੂਰਤ ਹੁੰਦੀ ਸੀ, ਉਹਨਾਂ ਨਾਲ ਮੈਂ ਚਲਾ ਜਾਂਦਾ ਸੀਗਾ ਬੂਟੀ ਪੱਟਣ ਲਈ, ਅਤੇ ਉਦੋਂ ਮੈਨੂੰ ਇਸ ਚੀਜ਼ ਦੀ ਭਾਲ
ਜਾਂਚ ਹੋ ਗਈ ਵੀ ਕਿੱਥੇ ਕਿੱਥੇ ਮਿਲਦੀ ਆ, ਕਿਹੜੇ ਕਿਹੜੇ ਇਲਾਕੇ 'ਚ ਮਿਲਦੀ ਆ। ਫਿਰ ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ ਹੁਣ ਮੈਂ ਪਰਮਾਨੈਂਟਲੀ ਇੱਥੇ ਹੀ ਬਹਿ ਗਿਆ ਜੀ। ਘੱਟੋ ਘੱਟ ਮੈਨੂੰ 4 ਤੋਂ 5 ਸਾਲ ਹੋ ਚੁੱਕੇ ਹੈ ਜੀ। ਡੇਲੀ ਕਿੰਨੇ ਤੋਂ ਕਿੰਨੇ ਪੇਸ਼ੈਂਟ ਆ ਜਾਂਦੇ ਨੇ ਤੁਹਾਡੇ ਕੋਲ? ਡੇਲੀ ਸਰ 20 ਤੋਂ 25 ਪੇਸ਼ੈਂਟ ਡੇਲੀ ਦਿਨ ਦੇ ਵਿੱਚ ਆ ਜਾਂਦੇ ਨੇ, ਵੱਧ ਵੀ ਆ ਜਾਂਦੇ ਨੇ, ਤਾਂ ਕੋਈ ਇਸ਼ੂ ਨਹੀਂ ਸਰ। ਅੱਛਾ ਚਲੋ, ਅੱਛਾ ਇਹ ਜਿਹੜਾ ਪੀਲੀਏ ਦਾ ਇਲਾਜ ਹੈ ਇਸ ਨੂੰ ਕਿੰਨਾ ਸਮਾਂ ਜੋ ਕਿ ਪ੍ਰੋਸੈਸ ਹੈ ਇਹਨੂੰ ਪੀਲੀਏ ਦਾ ਇਲਾਜ ਜੋ ਵੀ ਫੈਟੀ ਲੀਵਰ ਹੋ ਗਿਆ, ਪੀਲੀਆ ਹੋ ਗਿਆ, ਕਾਲਾ ਪੀਲੀਆ ਹੋ ਗਿਆ, ਇਹਨੂੰ ਕਿੰਨੇ ਤੋਂ ਕਿੰਨਾ ਸਮਾਂ ਲੱਗਦਾ ਹੈ ਇਹਨੂੰ ਠੀਕ ਹੋਣ? ਇਹਨੂੰ ਸਰ ਘੱਟੋ ਘੱਟ 20 ਤੋਂ 22 ਦਿਨ ਲੱਗਦੇ ਨੇ ਜੀ। 20 ਤੋਂ 22 ਦਿਨ ਦੇ ਵਿੱਚ ਵੀ ਇਹ ਹੁੰਦਾ ਵੀ ਜੋ ਅਸੀਂ ਡਾਈਟ ਦੱਸਦੇ ਹਾਂ, ਜੋ ਇਹਦਾ ਪਰਹੇਜ਼ ਹੁੰਦਾ, ਅਗਰ ਤੁਸੀਂ ਉਹਨੂੰ ਪ੍ਰੋਪਰ ਸਹੀ ਕਰ ਲੈਂਦੇ ਹੋ ਤਾਂ ਇਹ 20-22 ਦਿਨਾਂ ਦੇ ਵਿੱਚ ਬਿਲਕੁਲ ਜੜ ਤੋਂ ਖਤਮ ਹੋ ਜਾਂਦਾ ਜੀ। ਠੀਕ ਹੈ ਜੀ। ਮਤਲਬ ਕਿਤੇ ਨਾ ਕਿਤੇ ਜਿਹੜੇ ਕੀ ਹੈ ਪੇਸ਼ੈਂਟ ਨੇ ਉਹ ਤਾਗੇ ਦੇ ਨਾਲ ਨਾਲ ਉਹਨਾਂ ਨੂੰ ਡਾਈਟ ਪ੍ਰੀਕਾਸ਼ਨਸ ਚੰਗੇ ਤਰੀਕੇ ਨਾਲ ਫੋਲੋ ਕਰਨੇ ਪੈਂਦੇ ਹਨ, ਜਿਹਦੇ ਨਾਲ ਕਿ ਇਹ ਤਾਗੇ ਜਿਹੜੀ ਇਹ ਧਾਗਾ ਹੈ ਉਹਦਾ ਅਸਰ ਬਹੁਤ ਅੱਛੇ ਤਰੀਕੇ ਨਾਲ ਹੋਵੇਗਾ। ਸੋ ਗੱਲ ਕਰਾਂਗੇ ਜਿਹੜੇ ਇਹ ਫੈਟੀ ਲੀਵਰ ਹੈ ਕਿ ਉਹਦੇ ਨਾਲ ਵੀ ਇਹ ਬਿਲਕੁਲ ਤਰੀਕੇ ਨਾਲ ਜੀ ਸਰ, ਬਿਲਕੁਲ 101% ਸਰ। ਜਿਵੇਂ ਫੈਟੀ ਲੀਵਰ ਸਰ, ਫੈਟੀ ਲੀਵਰ ਕਾਹਦੇ ਨਾਲ ਹੁੰਦਾ? ਜਾਂ ਤਾਂ ਜੈਂਟਸ ਜਿਵੇਂ ਕੋਈ ਡਰਿੰਕ ਕਰਨ ਲੱਗ ਜਾਂਦਾ ਜੀ, ਉਹਦੇ ਨਾਲ ਉਹਦਾ ਲੀਵਰ ਫੁੱਲਣਾ ਸ਼ੁਰੂ ਹੋ ਜਾਏਗਾ। ਠੀਕ ਆ, ਉਹ ਹੁੰਦਾ ਵੀ ਉਹ ਜਿਹੜੇ ਡਰਿੰਕ ਕਰਨ ਕਰਕੇ ਅਲਕੋਹਲ ਜਿਹੜਾ ਅੰਦਰੋਂ ਲੀਵਰ ਨੂੰ ਫੈਲਾ ਦਿੰਦਾ, ਉਹ ਹੁੰਦਾ ਕਾਹਦੇ ਨਾਲ? ਗਰਮੀ ਕਰਕੇ ਸਰ। ਠੀਕ ਹੈ ਜੀ। ਜਿਵੇਂ ਅੱਜ ਕੱਲ੍ਹ ਜਿਵੇਂ ਕੋਈ ਪਰ ਨਈ ਡਾਈਟ ਸੈੱਟ ਹੈਗੀ, ਕਈ ਵਾਰ ਬਾਹਰ ਦਾ ਖਾਣਾ ਜ਼ਿਆਦਾ ਖਾ ਲਿਆ ਜਾਂ ਫਾਸਟ ਫੂਡ ਜ਼ਿਆਦਾ ਲੈ ਲਿਆ ਜਾਂ ਟਾਈਮ ਨਾਲ ਖਾਣਾ ਨਹੀਂ ਖਾ ਰਹੇ, ਉਹਦੇ ਵਿੱਚ ਵੀ ਤੁਹਾਡਾ ਲੀਵਰ ਹੈ ਜਿਹੜਾ ਉਹ ਫੈਟੀ ਹੋਣਾ ਸ਼ੁਰੂ ਹੋ ਜਾਏਗਾ। ਉਹ ਰੀਜ਼ਨ ਉਹੀ ਹੈ ਕਿ ਤੁਹਾਡੇ ਲੀਵਰ ਦੀ ਗਰਮੀ ਬਣਨ ਲੱਗ ਜਾਂਦੀ ਹੈ। ਜਿਹੜੀ ਇਹ ਬੂਟੀ ਦੀ ਸੁਗੰਧ ਹੈ ਇਹ ਇੰਨੀ ਜ਼ਿਆਦਾ ਬੈਨੀਫਿਟ ਹੈ ਸਰ, ਇੰਨੀ ਜ਼ਿਆਦਾ। ਮੈਂ ਤਾਂ ਸਰ ਚਲੋ ਆਪਾਂ ਤਾਂ ਜੋ ਪ੍ਰੈਕਟੀਕਲੀ ਦੇਖਿਆ ਪੀਲੀਏ ਦੇ ਵਿੱਚ, ਕਾਲੇ ਪੀਲੀਏ ਦੇ ਵਿੱਚ ਅਤੇ ਲੀਵਰ ਫੈਟੀ ਦੇ ਵਿੱਚ, ਅਗਰ ਸਰ ਤੁਸੀਂ ਵੈਸੇ ਵੀ ਇਹਨੂੰ ਬੰਨ੍ਹ ਲੈਂਦੇ ਹੋ ਨਾ, ਇਹ ਤੁਹਾਡੇ ਲੀਵਰ ਨੂੰ ਸਟਰੋਂਗ ਰੱਖਦੀ ਹੈ। ਜਿਹੜੀ ਤੁਹਾਡੀ ਲੀਵਰ ਦੀ ਮੰਨ ਲਓ ਗਰਮੀ ਹੋ ਗਈ, ਜਿਵੇਂ ਆਪਾਂ ਕਈ ਵਾਰ ਇਹ ਹੁੰਦਾ ਕਿ ਆਪਾਂ ਟਾਈਮ ਨਾਲ ਖਾਣਾ ਨਹੀਂ ਖਾ ਰਹੇ, ਉਹਦੇ ਨਾਲ ਤੁਹਾਨੂੰ ਗਰਮੀ ਪੈਣ ਲੱਗ ਜਾਂਦੀ ਹੈ। ਫਿਰ ਆਪਾਂ ਕਈ ਵਾਰ ਜਿਵੇਂ ਮੂੰਹ ਪੱਕਣ ਲੱਗ ਜਾਣਾ, ਠੀਕ ਹੈ ਜੀ, ਮੰਨ ਲਓ ਬੋਡੀ ਚਿੜਚਿੜਾਪਣ ਜਿਹਾ ਰਹਿਣ ਲੱਗ ਜਾਣਾ, ਇਹਦੇ ਨਾਲ ਜ਼ਿਆਦਾ ਬਹੁਤ ਤੁਹਾਨੂੰ ਬੈਨੀਫਿਟ ਮਿਲਦੇ ਨੇ ਸਰ ਇਸ ਚੀਜ਼ ਨਾਲ। ਮਤਲਬ ਕਿਤੇ ਨਾ ਕਿਤੇ ਅਗਰ ਬੰਦਾ ਨੋਰਮਲ ਵੀ ਇਸ ਚੀਜ਼ ਨੂੰ ਪਾਵੇ ਤਾਂ ਉਹ ਬਹੁਤ ਜ਼ਿਆਦਾ ਉਹਨਾਂ ਲਈ ਬੈਨੀਫਿਟ, ਨੁਕਸਾਨ ਕੋਈ ਨਹੀਂ ਹੈਗਾ। ਤੇ ਬੋਡੀ ਪਾਰਟ ਦੀ ਗੱਲ ਕਰੀਏ, ਜਾਂ ਤਾਂ ਹੱਥ 'ਤੇ ਬਣਨਾ ਚਾਹੀਦਾ, ਗਲ 'ਚ ਬਣਨਾ ਚਾਹੀਦਾ, ਕਿੱਥੇ ਬਹੁਤ ਜ਼ਿਆਦਾ ਬੈਨੀਫਿਟ ਰਹੇ ਵੀ ਹਾਂ ਬੰਦੇ ਨੂੰ ਉਸ ਦੀ ਸੁਗੰਧ ਹੈ ਜਿਹੜੀ ਪੂਰੇ ਪ੍ਰੋਪਰ ਤਰੀਕੇ ਨਾਲ ਪੁੱਛ। ਸਰ ਜ਼ਿਆਦਾ ਬੈਨੀਫਿਟ ਇਹਦਾ ਗਲੇ 'ਚ ਬੰਨ੍ਹਣ ਨਾਲ ਹੈ। ਗਲੇ ਦੇ ਵਿੱਚ ਇਹਦਾ ਬਹੁਤ ਬੈਨੀਫਿਟ ਹੈ ਕਿਉਂਕਿ ਆਪਾਂ ਗਲੇ 'ਚ ਬੰਨ੍ਹਦੇ ਹਾਂ, ਇਹ ਗਲ ਦੇ ਨਾਲ ਹੁੰਦਾ, ਨੱਕ ਦੇ ਨਾਲ ਸੁਗੰਧ ਜਾਏਗੀ ਆਪਾਂ ਨੂੰ। ਹੱਥ 'ਤੇ ਬੰਨਾਂਗੇ ਤਾਂ ਨਹੀਂ ਬੈਨੀਫਿਟ ਦੇਗਾ ਉਸ ਚੀਜ਼ ਦਾ। ਠੀਕ ਹੈ ਜੀ। ਹੁਣ ਕਈ ਲੋਕ ਆਉਂਦੇ ਨੇ ਇੱਥੇ ਤਾਗਾ ਲੈ ਜਾਂਦੇ ਨੇ, ਉਹ ਕਹਿੰਦੇ ਬਾਬਾ ਜੀ ਸਾਨੂੰ ਸਿਰਫ ਤਾਗਾ ਦੇ ਦਿਓ, ਅਸੀਂ ਜਿੱਦਾਂ ਮਰਜ਼ੀ ਕਰੀਏ। ਉਹ ਕੀ ਕਰਦੇ ਨੇ? ਉਹ ਬੱਚੇ ਦੇ ਜਾ ਕੇ ਸਰਾਣੇ ਰੱਖ ਦਿੰਦੇ ਨੇ। ਸਰ ਸਰਾਣੇ ਨੇ ਕੋਈ ਕੰਮ ਨਹੀਂ ਕਰਨਾ, ਸਿਰਫ ਸਰਾਣੇ ਰੱਖਣ ਨਾਲ ਉਹਦਾ ਮਾਈਂਡ ਵਾਸ਼ ਹੋ ਗਿਆ ਉਹਨਾਂ ਦਾ ਵੀ ਅਸੀਂ ਬਾਬਾ ਜੀ ਤੋਂ ਤਾਗਾ ਲਏ, ਸਾਡਾ ਬੱਚਾ ਇੱਦਾਂ ਹੀ ਠੀਕ ਹੁੰਦਾ। ਉਹ ਕੁਝ ਟਾਈਮ ਬਾਅਦ ਆ ਗਏ, ਬਾਬਾ ਜੀ ਠੀਕ ਨਹੀਂ ਹੋਇਆ। ਇਹ ਠੀਕ ਕਿੱਥੋਂ ਹੋ ਜਾਊਗਾ? ਤੁਸੀਂ ਜੋ ਅਸਲੀ ਪ੍ਰੋਸੈਸ ਸੀ ਉਹਦਾ ਕੰਮ 'ਚ ਨਹੀਂ ਲੈ ਕੇ ਆਇਆ। ਹੁਣ ਮੈਂ ਤਾਂ ਇੱਥੇ ਕੋਈ ਪੜ੍ਹ ਕੇ ਨਹੀਂ ਦਿੱਤਾ, ਕੋਈ ਮੰਤਰ ਨਹੀਂ ਮਾਰ ਕੇ ਦਿੱਤਾ ਜਿਹਦੇ ਵਿੱਚ। ਮੈਂ ਤਾਂ ਜਸਟ ਆਮ ਬੰਦੇ ਦੀ ਤਰ੍ਹਾਂ ਇੱਕ ਜੋ ਉੱਥੇ ਡਿਊਟੀ ਕਰ ਰਹੇ ਜਸਟ ਆਪਣੀ ਜੋ ਮੇਰੀ ਫੀਸ ਬਣਦੀ ਆ ਮੈਂ 100 ਰੁਪਏ ਲੈ ਲੈਣਾ, ਹੋਰ ਇਸ ਤੋਂ ਵੱਧ ਕੁਝ ਵੀ ਨਹੀਂ ਮੈਂ। ਠੀਕ ਹੈ ਜੀ। ਤੇ ਇਹੀ ਹੈ ਵੀ ਜੋ ਇਹਨੂੰ ਸਹੀ ਤਰੀਕੇ ਨਾਲ ਆਪਾਂ ਯੂਜ਼ ਕਰਾਂਗੇ ਤਾਂ ਹੀ ਇਹਦਾ ਬੈਨੀਫਿਟ ਹੈ ਜੀ। ਅਗਰ ਤੁਸੀਂ ਸੋਚੋਗੇ ਵੀ ਇਹਦੇ 'ਚ ਕਰਾਮਾਤੀ ਹੈ ਜਾਂ ਕੋਈ ਪੜ੍ਹ ਕੇ ਪਾਇਆ, ਇੱਦਾਂ ਦਾ ਕੁਝ ਨਹੀਂ। ਦੇਖੋ ਦੇਣ ਉਹਨਾਂ ਦੀ ਹੈਗੀ ਆ, ਜਿਹੜੇ ਸਭ ਤੋਂ ਪਹਿਲਾਂ ਮਹਾਂਪੁਰਸ਼ ਇੱਥੇ ਬੈਠੇ ਸੀਗੇ ਉਹਨਾਂ ਦਾ ਸਾਰਾ ਕੁਝ, ਕਿਉਂਕਿ ਉਹਨਾਂ ਨੇ ਬੂਟੀ ਦੀ ਖੋਜ ਕਰੀ ਹੈ। ਆਪਾਂ ਇਹਨੂੰ ਸਾਇੰਟੀਫਿਕ ਤਰੀਕੇ ਨਾਲ ਕੰਮ ਕਰ ਰਹੇ ਸਰ, ਇਹਦੇ 'ਚ ਕੁਝ ਵੀ ਨਹੀਂ ਹੈ ਜਾਂ ਕੁਝ ਹੈਗਾ, ਸਿਰਫ ਓਨਲੀ ਜੋ ਵੀ ਕਰਮਾਤ ਹੈ ਬੂਟੀ ਦੀ ਕਰਮਾਤ ਹੈ ਸਰ। ਅੱਛਾ, ਮਤਲਬ ਇਹ ਤੁਸੀਂ ਜਿਹੜਾ ਕੀ ਹੈ ਇਹਦੀ ਕੋਸਟ ਲੈਂਦੇ ਹੋ, ਫ੍ਰੀ ਆਫ ਕੋਸਟ ਨਹੀਂ ਹੈ ਫਿਲਹਾਲ? ਹਾਂਜੀ ਸਰ, ਇਹਦੀ 100 ਰੁਪਏ ਫੀਸ ਲੈਂਦੇ ਹਾਂ, ਬਿਲਕੁਲ ਫ੍ਰੀ ਆਫ ਕੋਸਟ ਨਹੀਂ। ਹਾਂ, ਜਿਹੜਾ ਕੋਈ ਦੇਣ ਦਾ ਸਮਰਥ ਨਹੀਂ ਹੈਗਾ ਅਸੀਂ ਨਹੀਂ ਵੀ ਲੈਂਦੇ ਸਰ, ਇਹ ਕੋਈ ਜ਼ਰੂਰੀ ਨਹੀਂ ਵੀ ਸਾਨੂੰ ਫੀਸ ਹੀ ਲੈਣੀ ਉਹਦੀ ਤੋਂ, ਅਸੀਂ ਨਹੀਂ ਵੀ ਲੈਂਦੇ ਸਰ ਉਹਦੇ 'ਚ। ਮਤਲਬ ਤੁਸੀਂ ਕਿ ਸੁਣ ਸਕਦੇ ਹੋ ਜਿਹੜੇ ਕਿ ਪੇਸ਼ੈਂਟ ਆਉਂਦੇ ਨੇ, ਬਹੁਤ ਸਾਰੇ ਪੇਸ਼ੈਂਟ ਆਉਂਦੇ ਆ, ਇਹਨਾਂ ਦੀ ਇੱਕ ਨੋਰਮਲ ਜੀ ਰੀਜਨੇਬਲ ਜੇ ਚਾਰਜਸ ਨੇ 100 ਰੁਪਇਆ। ਅਗਰ ਕਿਸੇ ਦੀ ਮਜਬੂਰੀ ਹੈ, ਕੋਈ ਗਰੀਬ ਆ ਜਾਂਦਾ ਹੈ, ਉਹਨਾਂ ਨੂੰ ਉਹ ਫ੍ਰੀ ਆਫ ਕੋਸਟ ਵੀ ਇਹ ਧਾਗਾ ਬਣਾ ਕੇ ਦੇ ਦਿੰਦੇ ਨੇ। ਸੋ ਇਹਨਾਂ ਨਾਲ ਧਾਗਾ ਬਣਾ ਕੇ ਇਹਨਾਂ ਗੱਲਬਾਤ ਕਰਾਂਗੇ, ਪੁੱਛਾਂਗੇ ਕਿ ਸਾਡੇ ਅਰਥ ਟੀਵੀ ਦੇ ਜਿਹੜੇ ਕਿ ਦਰਸ਼ਕ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਨਹੀਂ ਸਰ, ਮੈਸੇਜ ਤਾਂ ਇਹੀ ਹੈ ਵੀ ਬਸ ਬਾਹਰ ਦੇ ਖਾਣੇ ਤੋਂ ਜਿੰਨਾ ਜ਼ਿਆਦਾ ਫਾਸਟ ਫੂਡ ਚੀਜ਼ਾਂ ਤੋਂ ਬਚਿਆ ਜਾਵੇ ਜ਼ਿਆਦਾ ਵਧੀਆ। ਨੈਚੁਰਲ ਚੀਜ਼ ਜ਼ਿਆਦਾ ਲਓ, ਬੈਸਟ ਹੈ ਜੀ। ਉਸ ਤੋਂ ਬਾਅਦ ਜਿੰਨਾ ਹੋ ਸਕਦਾ ਨਸ਼ੇ ਤੋਂ ਪਰਹੇਜ਼ ਰੱਖੋ, ਨਸ਼ੇ ਦੇ ਵਿੱਚ ਨਾ ਜਾਓ, ਕਿਉਂਕਿ ਨਸ਼ਾ ਇੱਕ ਬਹੁਤ ਖਤਰਨਾਕ ਪ੍ਰੋਬਲਮ ਹੈ, ਕਿਉਂਕਿ ਜੋ ਤੁਹਾਡੇ ਲੀਵਰ ਨੂੰ ਬਿਲਕੁਲ ਹੀ ਡੈਮੇਜ ਕਰ ਦਿੰਦੀ ਹੈ। ਭਾਜੀ ਜੀ ਅਗਰ ਗੱਲ ਕਰੀਏ ਨਾ ਲੀਵਰ, ਅਗਰ ਆਪਾਂ ਨਿਊ ਵੀ ਲੀਵਰ ਪਵਾਉਂਦੇ ਆ ਨਾ ਭਾਜੀ, ਆਪਣੀ ਇੰਨੀ ਸਮਰੱਥਾ ਨਹੀਂ ਕਿ ਆਪਾਂ ਨਿਊ ਲੀਵਰ ਵੀ ਪਵਾ ਲਾਂਗੇ, ਕਿਉਂਕਿ ਉਹ ਨੈਚੁਰਲ ਜੋ ਕੁਦਰਤ ਨੇ ਦਿੱਤਾ ਹੋਇਆ ਆਪਣੇ ਤੋਂ ਉਹਦੀ ਸੰਭਾਲ ਨਹੀਂ ਹੋ ਰਹੀ ਸਰ। ਜੋ ਬਣਾਵਟੀ ਲੀਵਰ ਪਾਵਾਂਗੇ ਉਹਨੂੰ ਕਿਵੇਂ ਕਵਰ ਕਰਾਂਗੇ? ਤਾਂ ਬੈਸਟ ਤਾਂ ਇਹੀ ਹੈ ਵੀ ਆਪਣੇ ਖਾਣੇ ਪੀਣੇ 'ਤੇ ਧਿਆਨ ਰੱਖੋ ਅਤੇ ਜਿੰਨਾ ਹੋ ਸਕਦਾ ਨਸ਼ੇ ਚੀਜ਼ ਤੋਂ ਪਰਹੇਜ਼ ਰੱਖੋ। ਤੇ ਇੱਕ ਮੈਂ ਤੁਹਾਡੀ ਇੰਟਰਵਿਊ ਕਰਨ ਤੋਂ ਪਹਿਲਾਂ ਥੋੜੀ ਰਿਸਰਚ ਕਰ ਰਿਹਾ ਸੀ, ਤਾਂ ਉਹਦੇ ਵਿੱਚ ਮੈਂ ਦੇਖਿਆ ਸੀ ਬਹੁਤ ਸਾਰੇ, ਜਿਵੇਂ ਲਾ ਲਓ ਹੁਣ ਲੋਕ, ਅਸੀਂ ਕਈਆਂ ਤੋਂ ਪੁੱਛਿਆ ਵੀ ਆ ਤੁਹਾਡੇ ਬਾਰੇ, ਉਹ ਕਹਿੰਦੇ ਨੇ ਵੀ ਹਾਂ ਇਹ ਇੱਕ ਧਾਗਾ ਬਣਾ ਕੇ ਦਿੰਦੇ ਨੇ, ਗਲ ਦੇ ਨਾਲ ਲਾ ਦਿੰਦੇ ਨੇ, ਤੇ ਜਿਉਂ-ਜਿਉਂ ਦਿਨ ਵੱਧਦੇ ਜਾਂਦੇ ਨੇ ਉਹਦੇ ਨਾਲ ਜਿਹੜਾ ਕਿ ਧਾਗਾ ਉਹ ਖੁੱਲ ਜਾਂਦਾ, ਵੱਧ ਜਾਂਦਾ, ਅਤੇ ਉਹ ਖੁੱਲ੍ਹ ਕੇ ਧੂਣੀ ਦੇ ਕੋਲ ਆ ਜਾਂਦਾ, ਅਤੇ ਉਹ ਫਿਰ ਉਹ 'ਤੇ ਅਸਰ ਕਰਦਾ, ਫਿਰ ਤਾਂ ਜੋ ਜਾ ਕੇ ਲੀਵਰ ਠੀਕ ਹੋ ਜਾਂਦਾ। ਇਹ ਐਸਾ ਕੁਝ ਹੈ ਸਰ? ਐਸਾ ਕੁਝ ਵੀ ਨਹੀਂ ਹੈਗਾ। ਇਹ ਤਾਂ ਸਰ ਜਿਵੇਂ ਬੂਟੀਆਂ ਪਾਈਆਂ ਨੇ, ਜਿਵੇਂ ਇੱਕ ਗੱਟੀ ਪਾਈ ਆ, ਇਹ ਜਿਵੇਂ ਹੀ ਇਹਨੇ ਸੁੱਕ ਜਾਣਾ, ਇਹਦੀ ਕੰਮ ਕਰਨ ਦੀ ਪਾਵਰ ਜਿਵੇਂ ਘਟ ਗਈ, ਇਹਨੇ ਆਪਣੇ ਆਪ ਸੁੱਕ ਕੇ ਇਹਨੇ ਜਿਵੇਂ ਜਿੰਨੀ ਹੁਣ ਫੁੱਲੀ ਹੋਈ ਆ ਉਸ ਤੋਂ ਬਾਅਦ ਇਹ ਲੂਜ਼ ਹੋ ਜਾਏਗੀ। ਲੂਜ਼ ਹੋ ਕੇ ਕੀ ਇਹਨੇ ਵਿੱਚੋਂ ਨਿਕਲ ਜਾਣਾ। ਜਦੋਂ ਇਹ ਨਿਕਲ ਗਈ,
ਆਟੋਮੈਟਿਕ ਕਿੰਨਾ ਤਾਗਾ ਵੱਧ ਗਿਆ ਸਰ। ਇਹ ਦੇਖੋ ਆ ਤੁਹਾਡੇ ਸਾਹਮਣੇ ਆ, ਇਹ ਥੋੜੀ ਜਿਹੀ ਨਿਕਲ ਗਈ, ਆ ਇਹਨੂੰ ਆਪਾਂ ਕੱਢ ਦਿੰਦੇ ਹਾਂ। ਇਹ ਸੁੱਕੀ ਨਹੀਂ, ਚਲੋ ਫਿਰ ਠੀਕ ਹੈ, ਇਹਨੂੰ ਕੱਢ ਦਿੰਦੇ ਆਪਾਂ ਇੱਥੋਂ। ਆ ਨਿਕਲ ਗਈ, ਆ ਕਿੰਨੀ ਖੰਭਣੀ ਵੱਧ ਗਈ। ਇਹ ਸਿਰਫ ਸਰ ਇਹਦਾ ਹੀ, ਜਦੋਂ ਸੁੱਕ ਗਏ ਆਪਣੇ ਆਪ ਖੰਭਣੀ ਵੱਧ ਜਾਣੀ ਹੈ, ਲੰਬਾ ਹੁੰਦਾ ਜਾਂਦਾ ਤਾਗਾ। ਇਹਦੇ ਵਿੱਚ ਘੱਟੋ ਘੱਟ ਬਹੁਤ ਜ਼ਿਆਦਾ ਖੰਭਣੀ ਕਵਰ ਹੋਈ ਹੈ ਜੀ, ਹੋਰ ਕੋਈ ਰੀਜ਼ਨ ਨਹੀਂ, ਸਿਰਫ ਇਹਦਾ ਕਿ ਇਹਨੂੰ ਆਪਣੀ ਕੰਮ ਘੱਟ ਜਾਂਦਾ ਸਰ, ਇਹਦਾ ਬਾਹਰ ਨਿਕਲ ਕੇ ਆ ਜਾਂਦੀ ਹੈ। ਮਤਲਬ ਕਿ ਇੱਕ ਜਿਹੜਾ ਕਿ ਹੈ ਤਾਗਾ ਇੱਕ ਬਹੁਤ ਵਿਸ਼ੇਸ਼ ਤਰੀਕੇ ਨਾਲ ਬੰਨਿਆ ਗਿਆ, ਜਿਹੜਾ ਕਿ ਜਦੋਂ ਇਹ ਇਹਦੇ ਵਿੱਚ ਜੋ ਵੀ ਆ ਜੜੀ ਬੂਟੀ ਬੰਨੀ ਹੋਈ ਆ, ਉਹ ਜਦੋਂ ਨਿਕਲਦੀ ਹੈ ਤਾਂ ਤਾਗਾ ਆਪਣੇ ਆਪ ਵੱਜ ਜਾਂਦਾ ਹੈ। ਅਤੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਇਹ ਇੱਕ ਚਮਤਕਾਰ ਹੈ, ਜੋ ਤਾਗਾ ਬਣ ਕੇ ਤਾਂ ਇੰਨਾ ਕੁ ਦਿੱਤਾ ਸੀ, ਪਰ ਉਹ ਦਿਨੋਂ ਦਿਨ ਜਿਉਂ ਦਿਨ ਵੱਧਦੇ ਗਏ ਉੱਦਾਂ ਉਹ ਤਾਗਾ ਵੀ ਵੱਧਦਾ ਗਿਆ। ਸੋ ਇਹਨਾਂ ਨੇ ਕੋਈ ਮੰਤਰ ਕਰਿਆ ਐਵੇਂ ਤਾਂ ਇਹ ਨਹੀਂ ਹੈ। ਗੁਰਮੁਖ ਜੀ ਸਪਸ਼ਟ ਕਹਿੰਦੇ ਨੇ ਇਹ ਇੱਕ ਸਾਇੰਟੀਫਿਕ ਰੀਜ਼ਨ ਹੈ ਜਿਹੜਾ ਕਿ ਅਸੀਂ ਬਣ ਕੇ ਦਿੰਦੇ ਹਾਂ। ਜਿਹੜੀ ਜੜੀ ਬੂਟੀ ਦੀ ਖੁਸ਼ਬੂ ਹੈ ਉਹਦੇ ਨਾਲ ਜਿਹੜਾ ਕੀ ਹੈ ਪੀਲੀਆ ਠੀਕ ਹੋ ਜਾਂਦਾ ਹੈ। ਸੋ ਇੱਕ ਗੱਲਬਾਤ ਕਰਾਂਗੇ, ਜਿਹੜੀ ਇਹ ਤੁਸੀਂ ਜੜੀ ਬੂਟੀ ਲੈ ਕੇ ਆਉਂਦੇ ਹੋ, ਇਹ ਕਿੱਥੋਂ ਰਿਸਰਚ ਕਰਦੇ ਹੋ ਅਤੇ ਕਿੱਥੋਂ ਲੈ ਕੇ ਆਉਂਦੇ ਹੋ, ਪ੍ਰਾਪਤ ਕਿੱਥੋਂ ਮਿਲਦੀ? ਜ਼ਿਆਦਾਤਰ ਸਰ ਇਹ ਰੇਤਲੇ ਇਲਾਕੇ ਦੇ ਵਿੱਚ ਹੁੰਦੀ ਆ, ਠੀਕ ਹੈ ਜੀ। ਜਿੱਥੇ ਕੋਈ ਪੁਰਾਣੀ ਜਗ੍ਹਾ ਪਈ ਹੋਵੇ, ਜਿਵੇਂ ਕੋਈ ਟਿੱਬਾ ਹੋ ਗਿਆ ਜਾਂ ਕੁਛ ਹੋ ਗਿਆ, ਇਹਨਾਂ ਏਰੀਆ ਦੇ ਵਿੱਚ ਮਿਲ ਜਾਂਦੀ ਆ। ਜ਼ਿਆਦਾ ਰੇਤਲੇ ਇਲਾਕੇ 'ਚ ਹੁੰਦੀ ਆ। ਜਿਵੇਂ ਹੁਣ ਕੁਛ ਟਾਈਮ ਪਹਿਲਾਂ ਗਿਆ ਸੀ ਮੈਂ, ਹਨੂੰਮਾਨਗੜ੍ਹ ਤੋਂ ਵੀ ਅੱਗੇ ਘੱਟੋ ਘੱਟ 300-400 ਕਿਲੋਮੀਟਰ ਅੱਗੇ ਗਿਆ ਸੀ ਸਰ। ਉਸ ਏਰੀਆ 'ਚ ਜ਼ਿਆਦਾ ਮਿਲਦੀ ਹੈ, ਕਿਉਂਕਿ ਉੱਧਰ ਦਾ ਇਨਵਾਇਰਮੈਂਟ ਇੱਦਾਂ ਦਾ। ਕਿਉਂਕਿ ਜਦੋਂ ਆਪਾਂ ਆਪਣੇ ਏਰੀਆ 'ਚ ਇਹਨੂੰ ਲਾ ਲਈਏ ਹੋ ਤਾਂ ਜਾਊਗੀ, ਬਟ ਇਹਦੀ ਜ਼ਿਆਦਾ ਮੋਟੀ ਨਹੀਂ ਹੋਏਗੀ ਇਹ, ਕਿਉਂਕਿ ਇਹਨੂੰ ਟਾਈਮ ਲੱਗਦਾ ਘੱਟੋ ਘੱਟ 5 ਤੋਂ 7 ਸਾਲ ਲੱਗਦੇ ਨੇ ਇਹਨੂੰ ਕਵਰ ਹੋਣ ਨੂੰ, ਬਣਨ ਨੂੰ। ਬਣ ਤਾਂ ਜਾਏਗੀ ਸਾਲ ਦੇ ਵਿੱਚ, ਬਟ ਇਹ ਥੋੜ੍ਹੀ ਜਿਹੀ ਹੁੰਦੀ ਆ, ਉਹ ਕਿਸੇ ਕੰਮ ਦੇ ਨਹੀਂ ਆਊਗੀ, ਉਹ ਕਵਰ ਵੀ ਨਹੀਂ ਹੋਣੀ ਹੈਗੀ। ਇਹ ਰੀਜ਼ਨ ਹੈ ਸਰ। ਇੱਕ ਸਭ ਤੋਂ ਵੱਡਾ ਮੈਂ ਹੋਰ ਤੁਹਾਡੇ ਚੈਨਲ ਦੇ ਜ਼ਰੀਏ ਗੱਲ ਕਹਿਣਾ ਚਾਹੁੰਦਾ ਵੀ ਜਿਵੇਂ ਸਰ ਮੈਂ ਇੱਥੇ ਤਾਗਾ ਪਾ ਰਿਹਾ, ਮੈਂ ਕੋਈ ਮਹਾਂਪੁਰਸ਼ ਨਹੀਂ, ਕੋਈ ਬਾਬਾ ਨਹੀਂ, ਕੋਈ ਕੁਛ ਨਹੀਂ, ਮੈਂ ਇੱਕ ਆਮ ਜਿਹਾ ਪਰਸਨ ਹੈ। ਮੇਰਾ ਆਪਣਾ ਹੋਰ ਅਦਰ ਵੀ ਕੰਮ ਨੇ। ਕਈ ਵਾਰ ਇੱਦਾਂ ਹੁੰਦਾ, ਕੋਈ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਸੀ ਬਹੁਤ ਟਾਈਮ ਪਹਿਲਾਂ, ਅਤੇ ਉਹ ਲੋਕਲ ਪਟਿਆਲੇ ਤੋਂ ਸੀਗਾ। ਉਹਨਾਂ ਦਾ ਬੇਟਾ ਬਹੁਤ ਜ਼ਿਆਦਾ ਸੀਰੀਅਸ ਸੀਗਾ, ਬਹੁਤ ਸੀਰੀਅਸ ਕੰਡੀਸ਼ਨ ਸੀਗਾ। ਡਾਕਟਰ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਠੀਕ ਨਹੀਂ ਹੋ ਸਕਦਾ ਇਹ। ਚਲੋ ਸਾਡੇ ਕੋਲੇ ਆਏ, ਆਪਣੇ ਕੋਲੇ ਆਏ, ਮੈਂ ਤਾਗਾ ਪਾਇਆ, ਉਹਨਾਂ ਠੀਕ ਹੋ ਗਏ। ਇੱਕ ਦਿਨ ਉਹ ਇੱਦਾਂ ਹੀ ਕਿਤੇ ਬਾਹਰ ਲੋਕਲ ਮੈਨੂੰ ਮਿਲ ਗਿਆ, ਕਿਤੇ ਬਾਹਰ ਬੱਸ ਸਟੈਂਡ ਦੇ ਲਾਗੇ, ਅਤੇ ਉਹ ਮੈਨੂੰ ਪਛਾਣ ਲਿਆ, ਕਹਿੰਦੇ ਵੀ ਚਲੋ ਬਾਬਾ ਜੀ ਜਾ ਰਹੇ ਨੇ। ਉਹ ਆਉਂਦੇ ਸਾਰ ਨਾ ਸਰ ਪੈਰਾਂ 'ਚ ਪੈ ਗਏ, ਅਤੇ ਉਹ ਪੈਰਾਂ 'ਚ ਪੈ ਕੇ ਮੈਂ ਕਿਹਾ ਤੁਸੀਂ ਖੜੇ ਹੋ ਵੀ, ਤੁਹਾਨੂੰ ਕੀ ਦਿੱਕਤ ਹੈ? ਉਹ ਕਹਿੰਦੇ ਵੀ ਨਹੀਂ ਸਾਡਾ ਬੇਟਾ ਤੁਹਾਡੇ ਨਾਲ ਠੀਕ ਹੋ ਗਿਆ। ਮੈਂ ਕਿਹਾ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਐਜ਼ ਏ ਮੈਂ ਤਾਂ ਆਪਣੀ ਡਿਊਟੀ ਕੀਤੀ ਹੈ, ਠੀਕ ਹੈ ਜੀ। ਦੇਖੋ ਸਰ ਮੈਂ ਕੋਈ ਇੱਦਾਂ ਦਾ ਕੋਈ ਮਹਾਂਪੁਰਸ਼ ਨਹੀਂ, ਕੋਈ ਬਾਬਾ ਨਹੀਂ, ਇਹ ਚੀਜ਼ਾਂ ਨਾ ਕਰਿਆ ਕਰੋ, ਕਿਉਂਕਿ ਮੈਂ ਤੁਹਾਡੇ ਨਾਲ ਵਰਗਾ ਹੀ ਹਾਂ ਜੀ। ਬਿਲਕੁਲ ਮੇਰਾ ਇੱਕ ਕੰਮ ਹੈ ਇਹ, ਉਹ ਤੁਸੀਂ ਮੰਨ ਲਿਆ ਇਸ ਚੀਜ਼ ਨੂੰ ਵੀ ਕਿੱਦਾਂ ਦਾ ਇਹੋ ਜਿਹਾ ਕੁਛ ਨਾ ਮੰਨਿਆ ਕਰੋ ਤਾਂ ਜ਼ਿਆਦਾ ਵਧੀਆ। ਵੀ ਮੈਸੇਜ ਸਿਰਫ ਇਹੀ ਮੈਸੇਜ ਦੇਣਾ ਚਾਹੁੰਦਾ ਸਰ, ਇਹਨਾਂ ਚੀਜ਼ਾਂ 'ਚ ਨਾ ਪਾਓ ਤਾਂ ਜ਼ਿਆਦਾ ਵਧੀਆ ਹੀ ਸਭ ਨੂੰ। ਮਤਲਬ ਜਿਹੜੇ ਕਿ ਹੋਸਪਿਟਲਾਂ ਦੇ ਵਿੱਚ ਲੱਖਾਂ ਰੁਪਏ ਲਗਾ ਕੇ ਇਲਾਜ ਕਰਾਉਂਦੇ ਨੇ ਅਤੇ ਉਹਨਾਂ ਦਾ ਫਰਕ ਨਹੀਂ ਪੈਂਦਾ। ਉਹਨੇ ਕਦੇ ਇੱਦਾਂ ਹੋਇਆ ਉਹ ਪੇਸ਼ੈਂਟ ਤੁਹਾਡੇ ਕੋਲ ਆਇਆ ਹੋਵੇ ਅਤੇ ਉਸ ਨੂੰ ਜਿਹੜੇ ਕਿ ਤੁਹਾਡੇ ਤਾਗੇ ਨਾਲ ਇਹ ਫਰਕ ਪੈ ਗਿਆ ਹੋਵੇ ਉਸ ਤੋਂ ਬਾਅਦ? ਸਰ ਹੋਸਪਿਟਲ ਦੇ ਵਿੱਚ ਇਹ ਹੈ ਸਰ, ਦੇਖੋ ਹੋਸਪਿਟਲ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ, ਕਈ ਵਾਰ ਪੇਸ਼ੈਂਟ ਹੋਸਪਿਟਲ ਦੇ ਅੰਦਰ ਤਾਗਾ ਲੈ ਜਾਂਦਾ। ਹੋਸਪਿਟਲ 'ਚ ਕੀ ਹੈ ਸਰ, ਇਹ ਨੈਚੁਰਲ ਬੂਟੀ ਆ। ਹੋਸਪਿਟਲ ਦੇ ਵਿੱਚ ਵੈਸੇ ਹੀ ਵੈਕਸੀਨ ਬਹੁਤ ਜ਼ਿਆਦਾ ਹੁੰਦੀ ਆ। ਜਦੋਂ ਤੁਸੀਂ ਹੋਸਪਿਟਲ ਨੂੰ ਲੈ ਕੇ ਜਾਓਗੇ, ਇਹ ਜਿਹੜੀ ਵੈਕਸੀਨ ਉਹਦੇ ਨਾਲ ਟੱਚ ਹੋਊਗੀ, ਉਹ ਇਹਨੂੰ ਸੁੱਕਣਾ ਲੱਗ ਜੂਗੀ, ਇਹਨੇ ਤੁਹਾਡੇ 'ਚ ਕੰਮ ਨਹੀਂ ਕਰਨਾ। ਉੱਥੇ ਜਦੋਂ ਵੀ ਇਹ ਬੂਟੀ ਸੁੱਕ ਗਈ, ਇਹਨੇ ਕੰਮ ਨਹੀਂ ਕਰਨਾ, ਆਟੋਮੈਟਿਕ ਆ। ਸਿਰਫ ਹੋਸਪਿਟਲ ਦੇ ਅੰਦਰ ਤਾਗਾ ਕੰਮ ਨਹੀਂ ਕਰਦਾ, ਜਸਟ ਤੁਹਾਡੇ ਮਾਈਂਡ ਵਾਸ਼ ਹੋ ਜਾਏਗਾ ਵੀ ਸਾਨੇ ਤਾਗਾ ਪਾ ਲਿਆ, ਇਹਨੇ ਉੱਥੇ ਕੰਮ ਨਹੀਂ ਕਰਨਾ ਹੈਗਾ। ਕੰਮ ਇਹਨੇ ਬਾਹਰੇ ਆ ਕੇ ਕਰਨਾ, ਕਿਉਂਕਿ ਉੱਥੇ ਵੈਕਸੀਨ ਜ਼ਿਆਦਾ ਹੁੰਦੀ ਆ, ਕਿਉਂਕਿ ਉੱਥੇ ਦਵਾਈਆਂ ਦੀ ਸਮੈਲ ਇੰਨੀ ਜ਼ਿਆਦਾ ਆ, ਇਹਦੀ ਖੁਸ਼ਬੂ ਕਿੱਥੇ ਕੰਮ ਕਰੂਗੀ ਉੱਥੇ ਸਰ? ਨਹੀਂ ਕੰਮ ਕਰੇਗੀ ਉੱਥੇ ਹੋਸਪਿਟਲ ਦੀ। ਮਤਲਬ ਕਿਤੇ ਨਾ ਕਿਤੇ ਇਹਦੀ ਜਿਹੜੀ ਕਿ ਹੈ ਡਾਈਟ ਅਤੇ ਪ੍ਰੀਕੋਸ਼ਨਸ ਨੇ ਜਿਹੜੇ ਉਹਨੂੰ ਚੰਗੇ ਤਰੀਕੇ ਨਾਲ ਜੇ ਤੁਸੀਂ ਫੋਲੋ ਕਰੋਗੇ ਤਾਂ ਜਾ ਕੇ ਹੀ ਇਹ ਜਿਹੜਾ ਕੀ ਹੈ ਉਹ ਤਾਗਾ ਕੰਮ ਕਰੂਗਾ। ਸੋ ਇਹ ਜੜੀ ਬੂਟੀ ਦੀ ਗੱਲ ਕਰ ਲਈਏ, ਇਸ ਜੜੀ ਬੂਟੀ ਦਾ ਨਾਂ ਕੀ ਹੈ ਸਰ? ਇਹਨੂੰ ਸਰ ਬਿਸਕਵਰਾ ਕਹਿੰਦੇ ਆ। ਵੈਸੇ ਤਾਂ ਸਰ ਆਪਣੇ ਏਰੀਆ ਦੇ ਵਿੱਚ ਜਿਵੇਂ ਬਿਸਕਵਰਾ ਕਹਿ ਦਿੰਦੇ, 8-7 ਕਹਿ ਦਿੰਦੇ ਆ, ਚਿੱਟਾ ਸੱਟਾ ਕਹਿ ਦਿੰਦੇ ਆ, ਅਸੀਂ ਇਹਨੂੰ ਬਿਸਕਵਰਾ ਕਹਿੰਦੇ ਹਾਂ ਜੀ। ਬਿਸਕਵਰਾ ਕਹਿੰਦੇ? ਹਾਂਜੀ। ਅਤੇ ਇਹ ਤੁਹਾਡੇ ਤੋਂ ਇਲਾਵਾ ਕੋਈ ਹੋਰ ਵੀ ਇਸ ਚੀਜ਼ ਨੂੰ ਜਿਹੜਾ ਕੀ ਹੈ ਇਹ ਕਾਰਜ ਕਰਦਾ ਹੁੰਦਾ? ਨਹੀਂ ਸਰ, ਸਭ ਤੋਂ ਪੁਰਾਣੇ ਤਾਂ ਅਸੀਂ ਇੱਥੇ ਆਏ ਹਾਂ ਕਿ ਸਰ ਨੂੰ ਘੱਟੋ ਘੱਟ 90 ਸਾਲ ਹੋ ਚੁੱਕੇ ਜੀ ਇੱਥੇ। ਇਸ ਤੋਂ ਇਲਾਵਾ ਹੋਰ ਬਹੁਤ ਸਨੋਰ ਦੇ ਵਿੱਚ ਇੱਕ ਅੱਗੇ ਕਰਦੇ ਨੇ ਜੀ, ਉਹ ਵੀ ਕਰਦੇ ਨੇ, ਬਟ ਉਹਨਾਂ ਦਾ ਬੂਟੀ ਦਾ ਫਰਕ ਹੈ ਜੀ। ਹੈ ਤਾਂ ਸੇਮ ਹੈ, ਬਟ ਬੂਟੀ ਦਾ ਫਰਕ ਹੈ, ਉਹਨਾਂ ਕੋਲ ਇਹ ਬੂਟੀ ਨਹੀਂ ਹੈਗੀ। ਅੱਛਾ, ਇਹ ਬੂਟੀ ਨਹੀਂ ਹੈਗੀ? ਜੀ ਸਰ। ਅੱਛਾ ਠੀਕ ਹੈ। ਸੋ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਦਿਖਾਈ ਇੱਕ ਜਿਹੜੀ ਕਿ ਕਰਾਮਾਤੀ ਜੜੀ ਬੂਟੀ, ਜੋ ਕਿ ਹੈ ਲੋਕ ਅੱਜ ਕੱਲ੍ਹ ਕਹਿੰਦੇ ਨੇ ਵਹਿਮਾਂ ਭਰਮਾਂ ਦੇ ਵਿੱਚ ਪੈ ਜਾਂਦੇ ਨੇ ਵੀ ਇਹ ਗੁਰਮੁਖ ਜੀ ਨੇ, ਉਹਨਾਂ ਤੋਂ ਅਸੀਂ ਇੱਕ ਧਾਗਾ ਬਣਵਾਉਂਦੇ ਹਾਂ, ਉਹ ਗਲ ਦੇ ਨਾਲ ਲਾ ਕੇ ਬੰਨ੍ਹਦੇ ਨੇ ਆ ਅਤੇ ਉਹ ਠੀਕ ਹੋ ਜਾਂਦੇ ਆ ਕੁਝ ਕੁ ਦਿਨਾਂ 'ਚ, ਤਾਂ ਉਹ ਧਾਗਾ ਵੱਧ ਵੀ ਜਾਂਦਾ। ਤਾਂ ਉਹਨਾਂ ਨੇ ਪੂਰੀ ਗੱਲਬਾਤ ਦੱਸੀ ਕਿੱਦਾਂ ਕਿ ਉਹ ਸਾਇੰਟੀਫਿਕ ਇੱਕ ਰੀਜ਼ਨ ਹੈ, ਜੋ ਕਿ ਹੈ ਜੜੀ ਬੂਟੀ ਦੀ ਖੁਸ਼ਬੂ ਦੇ ਨਾਲ ਕਾਲਾ ਪੀਲੀਆ ਹੋਵੇ, ਨੋਰਮਲ ਪੀਲੀਆ ਹੋਵੇ ਜਾਂ ਲੀਵਰ ਫੈਟੀ ਹੋਵੇ, ਉਸ ਦਾ ਜਿਹੜਾ ਕਿ ਉਹ ਠੀਕ ਹੋ ਜਾਂਦਾ ਹੈ। ਸੋ ਇਹੀ ਇੱਕ ਰੀਜ਼ਨ ਹੈ ਜੋ ਕਿ ਗੁਰਮੁਖ ਜੀ ਨੇ ਦੱਸਿਆ। ਐਵੇਂ ਵਹਿਮਾਂ ਭਰਮਾਂ ਦੇ ਵਿੱਚ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੈ, ਇਹਨਾਂ ਨੇ ਸਪਸ਼ਟ ਰੂਪ ਨਾਲ ਕਿਹਾ ਹੈ। ਸੋ ਇਸੇ ਤਰ੍ਹਾਂ ਦੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਅਰਥ ਟੀਵੀ ਦੀ ਰਿਪੋਰਟ ਪਟਿਆਲਾ ਤੋਂ।